ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ। ਦਿੱਲੀ ਦੇ ਵਿੱਚ ਅਕਾਲੀ ਦਲ ਬਾਦਲ ਦਾ ਦਫ਼ਤਰ ਜਦੋਂ ਖੁੱਸਿਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਵਿਰੋਧੀ ਧਿਰਾਂ ਵੀ ਉਹਨਾਂ ਦੇ ਨਾਲ ਆਈਆਂ। ਪਿਛਲੇ ਦਿਨੀ ਜਦੋਂ ਇੱਕ ਜਿਹੜਾ ਦਫ਼ਤਰ ਜਿਹੜਾ ਸੀਗਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਜਿਹੜਾ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੇ ਵਿੱਚ ਸੀਗਾ, ਜਿੱਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਕਿ ਵੱਖ-ਵੱਖ ਪ੍ਰਧਾਨਾਂ ਨੇ, ਇਸ ਤੋਂ ਪਹਿਲੇ ਹਰਮੀਤ ਸਿੰਘ ਕਾਲਕਾ ਜਦੋਂ ਪ੍ਰਧਾਨ ਰਹੇ ਉਹਨਾਂ ਨੇ, ਉਸ ਤੋਂ ਪਹਿਲੇ ਮਨਜੀਤ ਸਿੰਘ ਜੀ ਕੇ, ਅਵਤਾਰ ਸਿੰਘ ਹਿੱਤ, ਵੱਖ-ਵੱਖ ਅਕਾਲੀ ਦਲ ਦੇ ਪ੍ਰਧਾਨਾਂ ਨੇ ਉੱਥੇ ਕਾਰਜ ਕੀਤਾ। ਮਨਜਿੰਦਰ ਸਿੰਘ ਸਿਰਸਾ ਵੀ ਉੱਥੋਂ ਹੀ ਪਾਰਟੀ ਚਲਾਉਂਦੇ ਸੀਗੇ, ਸੁਖਬੀਰ ਸਿੰਘ ਬਾਦਲ ਵੀ ਉੱਥੇ ਆ ਕੇ ਮੀਟਿੰਗਸ ਲੈਂਦੇ ਸੀਗੇ। ਪਰ ਉਹ ਦਫ਼ਤਰ ਜਦੋਂ ਹਰਮੀਤ ਸਿੰਘ ਕਾਲਕਾ ਨੇ ਨਵੀਂ ਪਾਰਟੀ ਜਦੋਂ ਅਕਾਲੀ ਦਲ ਦਿੱਲੀ ਸਟੇਟ ਬਣਾਈ, ਭਾਵੇਂ ਮੈਂਬਰ ਉਹੀ ਸਾਰੇ ਅਕਾਲੀ ਦਲ ਦੇ ਸੀਗੇ, ਉਹ ਵੀ ਉੱਥੇ ਪ੍ਰਧਾਨ ਸੀਗੇ, ਟੈਕਨੀਕਲੀ ਦੇਖਿਆ ਜਾਵੇ ਤਾਂ ਉਹੀ ਸਾਰੇ ਲੋਕ ਸੀਗੇ। ਪਰ ਜਦੋਂ ਪਾਰਟੀ ਜਦੋਂ ਬਦਲੀ ਤਾਂ ਉਹਨਾਂ ਨੇ ਉੱਥੇ ਆਪਣੇ ਕੰਮ ਕਰਨੇ ਜਾਰੀ ਰੱਖੇ ਔਰ ਬਾਅਦ ਦਾ ਜਿਹੜਾ ਬੋਰਡ ਸੀਗਾ ਅਕਾਲੀ ਦਲ ਬਾਦਲ ਤੋਂ ਬਦਲ ਕੇ ਅਕਾਲੀ ਦਲ ਦਿੱਲੀ ਸਟੇਟ ਬਦਲ ਦਿੱਤਾ। ਸੋ ਇਸ ਦਾ ਜਦੋਂ ਕਾਫੀ ਕੋਹਰਾਮ ਮਚਿਆ ਔਰ ਅਵਤਾਰ ਸਿੰਘ ਹਿੱਤ ਜਦੋਂ ਐਕਟਿਵ ਹੋਏ ਔਰ ਉਹਨਾਂ ਨੇ ਆ ਕੇ ਆਪਣੇ ਦਫ਼ਤਰ ਦਾ ਕਬਜ਼ਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਲੈ ਕੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੱਸਿਆ ਜਾ ਰਿਹਾ ਕਿ ਰਖਾਏ ਗਏ। ਸੁਖਬੀਰ ਸਿੰਘ ਬਾਦਲ ਵੀ ਅਗਲੇ ਦਿਨ ਪਹੁੰਚੇ। ਵੱਡੀ ਗੱਲ ਇਹ ਸੀ ਦੇਖਣ ਨੂੰ ਮਿਲੀ ਕਿ ਵਿਰੋਧੀ ਧਿਰਾਂ ਵੀ, ਪਰਮਜੀਤ ਸਿੰਘ ਸਰਨਾਹਰੀ ਅਤੇ ਮਨਜੀਤ ਸਿੰਘ ਜੀਕੇ ਹਰੀ ਅਤੇ ਵਿਰੋਧੀ ਧਿਰਾਂ ਵੀ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਬਾਦਲ ਦਲ ਦੇ ਨਾਲ ਪਹਿਲੀ ਵਾਰੀ ਖੜੀ ਦੀ ਸੀ ਕਿਸੇ ਮੁੱਦੇ ਦੇ ਉੱਪਰ, ਜਿਹੜੀ ਕਿ ਹਮੇਸ਼ਾ ਭੰਡਦੀ ਰਹਿੰਦੀ ਸੀ। ਜਾਂ ਕੋਈ ਮੁੱਦਾ ਐਸਾ ਹੁੰਦਾ ਸੀਗਾ ਤਾਂ ਉਸ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਦੇ ਬਾਕੀ ਜਿਹੜੀ ਪਾਰਟੀਆਂ ਜਿਹੜੀ ਹੈਗੀਆਂ ਉਹਨਾਂ ਦੇ ਮੁੱਦੇ ਤੇ ਕੋਈ ਜ਼ਿਆਦਾ ਸਾਥ ਨਹੀਂ ਸੀ ਦਿੰਦੀਆਂ। ਪਰ ਪਹਿਲੀ ਵਾਰੀ ਇਹਨੂੰ ਚੰਗੇ ਤੌਰ ਤੇ ਵੀ ਦੇਖਿਆ ਜਾ ਰਿਹਾ ਕਿ ਕਿਸੇ ਸਹੀ ਗੱਲ ਦੇ ਉੱਪਰ ਜਿਹੜਾ ਹੈਗਾ ਕਿ ਵੀ ਬਾਕੀ ਵਿਰੋਧੀ ਧਿਰਾਂ ਨੇ ਵੀ ਸਾਥ ਦਿੱਤਾ, ਜਾਂ ਇਹਨੂੰ ਦੂਜੇ ਐਂਗਲ ਨਾਲ ਦੇਖ ਲਿੱਤਾ ਜਾਵੇ ਕਿ ਵਾਕਈ ਕੀ ਵਿਰੋਧੀ ਧਿਰਾਂ ਸਾਂਝੇ ਤੌਰ ਤੇ ਹੋ ਕੇ ਇੱਕ ਅਲਾਈਅੰਸ ਕਰਕੇ ਇੱਕ ਪਲੇਟਫਾਰਮ ਬਣਾ ਕੇ ਜਿਹੜਾ ਹੈਗਾ ਸੱਤਾ ਧਿਰ ਨੂੰ ਜਿਹੜਾ ਹੈਗਾ ਕਹਿ ਦਈਏ ਤਾਂ ਕਿ ਵੀ ਉਹਨਾਂ ਦੇ ਉੱਪਰ ਛੀਟਾਕਸ਼ੀ ਜਾਂ ਇੱਕ ਐਸੀ ਰਾਜਨੀਤੀ ਓਪੋਜੀਸ਼ਨ ਦੀ ਇੱਕ ਚੰਗੀ ਰਾਜਨੀਤੀ ਕਰਨਾ ਚਾਹ ਰਹੀ ਹੈ। ਸੋ ਇਹ ਵੀ ਇੱਕ ਇਹਦਾ ਇੱਕ ਤਰੀਕਾ ਹੋ ਸਕਦਾ ਹੈਗਾ। ਗੱਲ ਕਰਦੇ ਹਾਂ ਮੁੱਦੇ ਦੇ ਉੱਪਰ ਕਿ ਇਹ ਇੱਕ ਦਫ਼ਤਰ ਜਿਹੜੇ ਹੈਗੇ ਕਿਉਂ ਅਲੋਟ ਹੋ ਰਹੇ ਨੇ। ਦਫ਼ਤਰ ਜਿਹੜੇ ਹੈਗੇ ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀ ਤਾਂ ਉਸ ਕੰਪਲੈਕਸ ਦੇ ਵਿੱਚ ਅਕਾਲੀ ਦਲ ਬਾਦਲ ਦਲ ਦਾ ਵੀ ਦਫ਼ਤਰ ਹੈਗਾ, ਉਸ ਤੋਂ ਬਾਅਦ ਸਰਨਾ ਧਿਰ ਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਵੀ ਉੱਥੇ ਦਫ਼ਤਰ ਹੈਗਾ। ਉਸ ਤੋਂ ਇਲਾਵਾ ਇੱਕ ਜਿਹੜਾ ਦਿੱਲੀ ਕਮੇਟੀ ਦੇ ਇਲੈਕਸ਼ਨ ਤਕਰੀਬਨ ਇਹਨੇ ਨਹੀਂ ਲੜਦੀ ਪਰ ਉਹ ਪਾਰਟੀ ਪੰਜਾਬ ਦੇ ਵਿੱਚ ਬੜੀ ਸਰਗਰਮ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦਾ ਵੀ ਦਿੱਲੀ ਦੇ ਵਿੱਚ ਉਸ ਕੰਪਲੈਕਸ ਦੇ ਵਿੱਚ ਦਫ਼ਤਰ ਹੈਗਾ। ਸੋ ਯਾਨੀ ਕਿ ਕਈ ਰਾਜਨੀਤਿਕ ਪਾਰਟੀਆਂ ਜਿਹੜੀਆਂ ਧਾਰਮਿਕ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਉੱਥੇ ਦਫ਼ਤਰ ਹੈਗੇ ਆ। 2017 ਦੇ ਇਲੈਕਸ਼ਨ ਦੇ ਨੇੜੇ ਤੇੜੇ ਪੰਥਕ ਸੇਵਾ ਦਲ ਵੱਲੋਂ ਇੱਕ ਬੇਨਤੀ ਵੀ ਜਾਰੀ ਕੀਤੀ ਗਈ ਸੀਗੀ ਕਿ ਉਸ ਕੰਪਲੈਕਸ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਦਾ ਦਫ਼ਤਰ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੱਲਾਂ ਵੀ ਸਾਹਮਣੇ ਆਏ ਸੀਗੇ ਕਿ ਉਹ ਦਫ਼ਤਰ ਇਲੀਗਲ ਨੇ। ਇਹ ਗੱਲਾਂ ਸਾਹਮਣੇ ਤੁਹਾਨੂੰ ਬਿਆਨ ਵੀ ਅਸੀਂ ਸੁਣਾਏ ਸੀਗੇ, ਮੈਂ ਕਵਰ ਵੀ ਕੀਤਾ ਸੀਗਾ। ਸੋ ਪਰ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਔਰ ਜੋ ਬਾਕੀ ਪਾਰਟੀਆਂ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਇਲੈਕਸ਼ਨ ਨਹੀਂ ਹੈ, ਇੱਕ ਸੱਤਾ ਜਾਂ ਕੋਈ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਨਹੀਂ ਹੈ, ਇਹ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੀਤੇ ਜਾ ਰਹੇ ਇਲੈਕਸ਼ਨਸ ਨੇ। ਸੋ ਉਸ ਦੇ ਵਿੱਚ ਜੇ ਦਫ਼ਤਰ ਜੇ ਹੈਗੇ ਆ ਤਾਂ ਪੋਲੀਟੀਕਲ ਅਫੇਅਰਸ ਨਹੀਂ ਚਲਾ ਰਹੇ ਆ। ਇਹ ਕਈ ਗੱਲਾਂ ਹੋਈਆਂ। ਮਨਜੀਤ ਸਿੰਘ ਜੀਕੇ ਹਰਾ ਨੇ ਜਦੋਂ ਪ੍ਰਧਾਨਗੀ ਸੀਗੇ ਤਾਂ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਨਾਮ ਤੋਂ ਇੱਕ ਦਫ਼ਤਰ ਉਹਨਾਂ ਨੇ ਵੀ ਗੁਰਦੁਆਰਾ ਰਕਾਬਗੰਜ ਕੰਪਲੈਕਸ ਦੇ ਵਿੱਚ ਖੋਲ੍ਹਿਆ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਪ੍ਰਧਾਨਗੀ ਤੋਂ ਹਟ ਜਾਂਦੇ ਆ ਤਾਂ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਦੀ ਟੀਮ ਵੱਲੋਂ ਉਹਨਾਂ ਦਾ ਦਫ਼ਤਰ ਵੀ ਜਿਹੜਾ ਹੈਗਾ ਉਸ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈਗਾ। ਟੈਕਨੀਕਲੀ ਉਸ ਦਫ਼ਤਰ ਦਾ ਉਦਘਾਟਨ ਵੀ ਹਜੇ ਉਸ ਤਰੀਕੇ ਨਾਲ ਨਹੀਂ ਹੋਇਆ ਸੀਗਾ ਹਜੇ। ਪਰ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਪਾਰਟੀ ਆਉਂਦੀ ਹੈ ਤੇ ਆਪਣੇ ਆਪ ਨੂੰ ਕਾਬਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਣ ਅਕਾਲੀ ਦਲ ਦਿੱਲੀ ਸਟੇਟ ਨਵੀਂ ਪਾਰਟੀ ਹੈ, ਕੋਈ ਇਲੈਕਸ਼ਨ ਨਹੀਂ ਲੜੀ। ਹਰਮੀਤ ਸਿੰਘ ਕਾਲਕਾ ਨੇ ਸਾਰੇ ਅਕਾਲੀ ਦਲ ਦੇ ਜਿਹੜੇ ਜਿੱਤੇ ਹੋਏ ਮੈਂਬਰ ਆਪਣੇ ਕੋਲ ਕਰਕੇ ਇੱਕ ਨਵੀਂ ਪਾਰਟੀ ਬਣਾ ਲਈ ਹੈ। ਸੋ ਉਹਨਾਂ ਨੇ ਕਿਹਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹੈ ਦਾ ਦਫ਼ਤਰ ਦੇ ਉਸ ਹਦੂਦ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਦੇ ਹਦੂਦ ਦੇ ਵਿੱਚ ਆਉਂਦਾ। ਸੋ ਦਫ਼ਤਰ ਉਹਨਾਂ ਦਾ। ਪਰ ਜੋ ਸਾਰੀ ਜੋ ਪਾਰਟੀਆਂ ਹੈਗੀਆਂ ਉਹ ਇਸ ਮਾਮਲੇ 'ਚ ਅਕਾਲੀ ਦਲ ਬਾਦਲ ਦਲ ਦਾ ਸਾਥ ਦੇ ਰਹੀ ਹੈ ਕਿ ਉਹਦੇ ਜਿਹੜੇ ਕਾਗਜ਼ ਨੇ ਉਹ ਬਾਦਲ ਦਲ ਦੇ ਨਾਮ ਨੇ। ਇਸ ਮਾਮਲੇ ਦੇ ਉੱਪਰ ਕੰਪਲੇਂਟਾਂ ਵੀ ਹੁੰਦੀ ਆ। ਅਵਤਾਰ ਸਿੰਘ ਹਿੱਤ ਹਰੀ ਕੰਪਲੇਂਟ ਕਰਾਉਂਦੇ ਆ ਪੁਲਿਸ ਥਾਣੇ ਦੇ ਵਿੱਚ, ਪਾਰਲੀਮੈਂਟ ਸਟਰੀਟ ਥਾਣੇ ਦੇ ਵਿੱਚ। ਉਸ ਤੋਂ ਬਾਅਦ ਕ੍ਰੋਸ FIR ਵੀ ਕਰਾਉਣ ਜਾਂਦੇ ਹੈਗੇ, ਕ੍ਰੋਸ ਕੰਪਲੇਂਟ ਵੀ ਕਰਾਉਣ ਜਾਂਦੇ ਹੈਗੇ ਆ। ਹਰਮੀਤ ਸਿੰਘ ਕਾਲਕਾ ਉਹ ਵੀ ਜਿਹੜਾ ਕਮਿਸ਼ਨਰ ਸਾਹਿਬ ਨੂੰ ਮਿਲਦੇ ਨੇ ਔਰ ਉਹ ਕਹਿੰਦੇ ਨੇ ਕਿ ਬਈ ਅਸੀਂ ਜਿਹੜਾ ਉਹ ਦਫ਼ਤਰ ਦੇ ਵਿੱਚ ਜਿਸ ਤਰੀਕੇ ਅਵਤਾਰ ਸਿੰਘ ਹਿੱਤ ਨੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਉਹ ਗੁੰਡਾਗਰਦੀ ਕਰਕੇ ਉਹਨਾਂ ਨੇ ਉਹ ਦਫ਼ਤਰ ਜਿਹੜਾ ਹਥਿਆਇਆ ਹੈ। ਸੋ ਅਸੀਂ ਇਸ ਮਾਮਲੇ ਦੇ ਵਿੱਚ ਅਵਤਾਰ ਸਿੰਘ ਹਿੱਤ ਦੇ ਖਿਲਾਫ ਕੰਪਲੇਂਟ ਦੇਣ ਆਏ ਔਰ ਐਕਸ਼ਨ ਹੋਣਾ ਚਾਹੀਦਾ। ਬੜੀ ਸਾਰੀ ਚੀਜ਼ਾਂ ਹੋਈਆਂ ਪਰ ਅੱਜ ਜਿਹੜਾ ਹੈਗਾ ਦਿੱਲੀ ਪੁਲਿਸ ਨੇ DCP ਸਾਹਿਬ ਨੇ ਜਿਹੜਾ ਹੈਗਾ ਪਾਰਲੀਮੈਂਟ ਸਟਰੀਟ ਥਾਣੇ ਦੇ ਇੱਕ ਮੀਟਿੰਗ ਲਈ
ਜਿਸ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਬੁਲਾਇਆ ਗਿਆ। ਇਹ ਨਹੀਂ ਕਿ ਸਿਰਫ ਦੋ ਅਕਾਲੀ ਦਲ ਦਿੱਲੀ ਸਟੇਟ ਨੂੰ ਜਿਨ੍ਹਾਂ ਦਾ ਮਾਮਲਾ ਹੈਗਾ, ਜਿਨ੍ਹਾਂ ਨੇ ਦਫ਼ਤਰ ਨੂੰ ਲਿਆ, ਹੋਰ ਬਾਦਲ ਦਲ ਜਿਨ੍ਹਾਂ ਦਾ ਦਫ਼ਤਰ ਹੈਗਾ, ਸਿਰਫ 2 ਪਾਰਟੀਆਂ ਨੂੰ ਨਹੀਂ, ਸਾਰੀ ਧਾਰਮਿਕ ਪਾਰਟੀਆਂ ਨੂੰ ਬੁਲਾਇਆ ਗਿਆ ਔਰ ਉਸ ਦੇ ਬਾਰੇ ਗੱਲਬਾਤ ਦੇ ਰਾਹੀਂ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਵਿੱਚ ਅਵਤਾਰ ਸਿੰਘ ਹਿੱਤ ਨਹੀਂ ਪਹੁੰਚੇ, ਤਕਰੀਬਨ ਬਾਕੀ ਸਾਰੀ ਪਾਰਟੀਆਂ ਪਹੁੰਚੀਆਂ। ਆਪਾਂ ਵਾਰੀ-ਵਾਰੀ ਤੁਹਾਨੂੰ ਸੁਣਾਵਾਂਗੇ ਕਿ ਪਾਰਟੀਆਂ ਦਾ ਜਿਹੜਾ ਹੈਗਾ ਉਹਨਾਂ ਵੀਰਾਂ ਦਾ ਕਹਿਣਾ ਕੀ ਸੀਗਾ ਤਾਂ ਕਿ ਤੁਹਾਡੇ ਤੱਕ ਅਸੀਂ ਗੱਲ ਪਹੁੰਚਾ ਸਕੀਏ। ਸਭ ਤੋਂ ਪਹਿਲੇ ਗੱਲ ਕਰਾਂਗੇ ਕਿ ਜਿਨ੍ਹਾਂ ਨੇ ਜਿਹੜੇ ਕਿ ਦਫ਼ਤਰ, ਜਿਨ੍ਹਾਂ ਦਾ ਦਫ਼ਤਰ ਸੀਗਾ ਅਕਾਲੀ ਦਲ ਬਾਦਲ ਦਲ ਦਾ, ਉਹਨਾਂ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਬੱਬਰ, ਉਹਨਾਂ ਦਾ ਕੀ ਕਹਿਣਾ ਸੀਗਾ ਉਹ ਤੁਹਾਨੂੰ ਸੁਣਾਉਂਦੇ ਹਾਂ ਜੀ। ਅੱਜ ਜੋ ਮੀਟਿੰਗ ਹੈ ਦੇਖੋ ਉਹਦੇ ਵਿੱਚ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਸਾਡੇ ਪਿੱਛੇ ਹੱਥ ਧੋ ਕੇ ਪਿਆ, ਮੈਨੂੰ ਜੋ ਲੱਗ ਰਿਹਾ, ਕਿਉਂਕਿ ਸਿੱਧੀ ਗੱਲ ਹੈ, ਦਿੱਲੀ ਦਾ ਵਸਨੀਕ ਜਿਹੜਾ ਵੀ ਹੈ, ਭਾਵੇਂ ਛੋਟੀ ਉਮਰ ਦਾ ਹੈ ਭਾਵੇਂ ਵੱਡੀ ਉਮਰ ਦਾ ਹੈ, ਸਭ ਨੂੰ ਪਤਾ ਹੈ ਕਿ ਉਹ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਹੈ। ਈਵਨ ਦੈਨ ਜਿੰਨੇ ਵੀ ਲੀਡਰ ਦਿੱਲੀ ਦੇ ਅਗਰ ਨਿਕਲੇ ਨੇ ਉਸੇ ਦਫ਼ਤਰ ਵਿੱਚੋਂ ਬਣ ਕੇ ਨਿਕਲੇ ਨੇ। ਔਰ ਅਸੀਂ ਆਰਟੀਆਈ ਜਿਹੜਾ ਜਿਵੇਂ ਕਿ ਹੁਣੇ ਕਿਹਾ ਕਿ ਆਰਟੀਆਈ ਲਾਵਾਂਗੇ ਅਸੀਂ, ਕਿਉਂਕਿ ਜਿੰਨਾ ਵੀ ਬੰਦੇ ਅਕਾਲੀ ਦਲ ਦੇ ਇੱਥੋਂ ਇਲੈਕਸ਼ਨ ਲੜੇ ਨੇ ਉਸ ਟਿਕਟ ਫਾਰਮ ਦੇ ਉੱਤੇ ਐਡਰੈਸ ਇਸੇ ਦਫ਼ਤਰ ਦਾ ਹੈ। ਇੱਥੇ MTNL ਦਾ ਫੋਨ ਲੱਗਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦਾ ਲੱਗਾ, ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਦੇ ਨਾਮ ਦਾ ਲੱਗਾ। ਤੇ ਸਿੱਧਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਿੱਦਾਂ ਕਹਿ ਰਹੇ ਨੇ ਕਿ ਤਾਲੇ ਤੋੜੇ, ਤਾਲੇ ਇਹਨਾਂ ਨੇ ਤੋੜੇ ਨੇ, ਕਬਜ਼ਾ ਇਹਨਾਂ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵਾਪਸ ਕਬਜ਼ਾ ਆਪਣੇ ਕੋਲ ਲਿਆ, ਉਹ ਅਕਾਲੀ ਦਲ ਦਾ ਦਫ਼ਤਰ ਹੈ ਔਰ ਉਹ ਰਹੇਗਾ। ਸਰਕਾਰ ਦਾ ਕੀ, DCP ਸਾਹਿਬ ਦਾ ਕੀ ਰਿਸਪੌਂਸ ਹੈ? ਜੋ ਮੈਂ ਦੇਖ ਰਿਹਾ ਕਿ ਪੁਲਿਸ ਦਾ ਰਵੱਈਆ ਜੋ ਹੈ ਉਹ ਮੈਨੂੰ ਲੱਗਦਾ ਕਿ ਉਹ ਇੱਕ ਤਰਫਾ ਨਜ਼ਰ ਆ ਰਿਹਾ, ਕਿਉਂਕਿ ਪਿੱਛੇ ਇਹਨਾਂ ਦੇ ਬੈਕਅਪ ਹੈ। ਤੇ ਉਹ ਰਵੱਈਆ ਜਿਹੜਾ ਹੈ ਕਿ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਕ ਹੈ, ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਮਾਲਕ ਸਿੱਖ ਸੰਗਤ ਹੈ DSGMC ਦੀ, ਹਰ ਉਸ ਜਗ੍ਹਾ ਦੀ ਜਿੱਥੇ ਵੀ ਉਹ ਸਥਾਨ ਸੁਸ਼ੋਭਿਤ ਹੈਗੇ ਨੇ। ਇਹ ਅੱਜ ਦੀ ਗੱਲ ਨਹੀਂ ਹੈ, ਇਹ 30 ਸਾਲ 35 ਸਾਲ ਪੁਰਾਣਾ ਦਫ਼ਤਰ ਹੈ ਜਿਹਨੂੰ ਇਹ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਨਹੀਂ ਹੋਏਗਾ। ਸੋ ਸੁਖਵਿੰਦਰ ਸਿੰਘ ਬੱਬਰ ਦਾ ਕਹਿਣਾ ਹੈ ਕਿ ਜਿਹੜਾ ਦਫ਼ਤਰ ਜਿਹੜੇ ਹੈਗਾ ਉਸ ਦੇ ਵਿੱਚ ਕਬਜ਼ਾ ਪਹਿਲੇ ਹਰਮੀਤ ਸਿੰਘ ਕਾਲਕਾ ਹਰਾ ਦੀ ਟੀਮ ਨੇ ਕੀਤਾ। ਉਹ ਦਫ਼ਤਰ ਤਾਂ ਸ਼ੁਰੂ ਤੋਂ ਜਿਹੜਾ ਹੈਗਾ ਅਕਾਲੀ ਦਲ ਬਾਦਲ ਦਾ ਹੀ ਸੀਗਾ ਔਰ ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਅਵਤਾਰ ਸਿੰਘ ਹਿੱਤ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਪਹੁੰਚਣਾ ਸੀਗਾ, ਪਰ ਅਵਤਾਰ ਸਿੰਘ ਹਿੱਤ ਨਹੀਂ ਪਹੁੰਚੇ। ਸੋ ਇਸ ਗੱਲ ਦਾ ਵੀ ਹਰਮੀਤ ਸਿੰਘ ਕਾਲਕਾ ਨੇ ਜਿਹੜਾ ਹੈਗਾ ਫਾਇਦਾ ਲੈਂਦੇ ਹੋਏ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਸੀ ਉਹ ਤਾਂ ਇੱਥੇ ਪਹੁੰਚੇ ਹੀ ਨਹੀਂ। ਹਰਮੀਤ ਸਿੰਘ ਕਾਲਕਾ ਦਾ ਕੀ ਕਹਿਣਾ ਆ ਤੁਹਾਨੂੰ ਸੁਣਾਉਂਦੇ ਹਾਂ। ਕੋਈ ਮੀਟਿੰਗ ਦਾ ਅੱਜ ਕੋਈ ਮੈਂ ਸਮਝਦਾ ਫੈਸਲਾ ਨਹੀਂ ਨਿਕਲਿਆ, ਕਿਉਂਕਿ ਜਿਹੜਿਆਂ ਦੇ ਖਿਲਾਫ ਕੰਪਲੇਂਟ ਹੋਈ ਹੈ ਉਹ ਆਪ ਤੇ ਆਏ ਨਹੀਂ, ਮਗਰ ਉਹਨਾਂ ਦੇ ਵੱਲੋਂ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਪਹੁੰਚੇ ਆ, ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਪਹੁੰਚੇ ਔਰ ਕਿਹਾ ਜਾ ਰਿਹਾ ਕਿ ਇੱਥੇ ਸਾਰਿਆਂ ਨੂੰ ਬੁਲਾਇਆ ਗਿਆ ਸੀ। ਬਟ ਮੈਂ ਸਮਝਦਾ ਕਿ ਜਿਸ ਬੰਦੇ ਦੇ ਖਿਲਾਫ ਸਰਦਾਰ ਅਵਤਾਰ ਸਿੰਘ ਹਿੱਤ ਦੇ ਖਿਲਾਫ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ ਕੰਪਲੇਂਟ ਅਸੀਂ ਲਿਖਵਾਈ ਸੀ ਕਿ ਜਿਹੜਾ ਆਫਿਸ ਦੇ ਉੱਤੇ ਉਹਨੇ ਨਜਾਇਜ਼ ਤਾਲੇ ਤੋੜੇ ਨੇ, ਸੋ ਉਹਦੇ ਕਰਕੇ ਇਹ ਅੱਜ ਸਾਰੇ ਉਹਨਾਂ ਨੂੰ ਸੇਵ ਕਰਨ ਆਏ ਨੇ। ਅੱਜ ਨਵੀਆਂ ਰਿਵਾਇਤਾਂ ਪੁਰਾਣੀਆਂ ਦੱਸਦੇ ਪਏ ਨੇ ਔਰ ਬੜੀ ਅੱਛੀ ਗੱਲ ਸਰਦਾਰ ਹਰਵਿੰਦਰ ਸਿੰਘ ਸਰਨਾ ਕਹਿ ਗਏ ਕਿ 1999 ਦੇ ਵਿੱਚ ਜਿਸ ਵਕਤ ਉਹਨਾਂ ਦੀ ਪਾਰਟੀ ਫਾਰਮ 'ਚ ਆਈ ਸੀ ਤੇ ਇੱਥੇ ਡਿਸਪਿਊਟ ਪਿਆ ਸੀ ਔਰ ਇਹ ਪਾਰਟੀ ਦਾ ਉਸ ਵਕਤ ਹੱਦਬੰਦੀ ਹੋਈ ਸੀ, ਆਪਸ ਵਿੱਚ ਵੰਡੇ ਗਏ ਸੀ ਇਹ ਦਫ਼ਤਰ ਦੋ। ਤੇ ਉਸ ਤੋਂ ਬਾਅਦ ਜਦ ਅਕਾਲੀ ਦਲ ਦਿੱਲੀ ਸਟੇਟ ਨੇ ਹੁਣ ਦਿੱਤਾ ਤੇ ਇਸ ਕਰਕੇ ਅਸੀਂ ਵੀ ਪਹਿਲੇ ਦਿਨ ਤੋਂ ਇਹੀ ਗੱਲ ਕਰ ਰਹੇ ਹਾਂ ਕਿ ਜਿਹੜਾ ਹਿੱਸਾ ਹੈ ਅਸੀਂ ਤੁਹਾਡਾ ਉੱਪਰ ਵਾਲਾ ਹਿੱਸਾ ਛੇੜ ਹੀ ਨਹੀਂ ਰਹੇ, ਅਸੀਂ ਥੱਲੇ ਵਾਲਾ ਹਿੱਸਾ ਅਲਾਟ ਕੀਤਾ। ਸੋ ਇਹ ਮੈਂ ਸਮਝਦਾ ਕਿ ਬਹੁਤ ਕਲੈਰਿਟੀ ਉਹ ਆਪਣੇ ਲਫ਼ਜ਼ਾਂ 'ਚ ਆਪਣੀ ਸ਼ਬਦਾਂ 'ਚ ਆਪ ਹੀ ਕਹਿ ਗਏ ਨੇ, ਸਾਨੂੰ ਕਹਿਣ ਦੀ ਲੋੜ ਨਹੀਂ ਪਈ। ਮਗਰ ਕੋਈ ਗੱਲ ਸਰਦਾਰ ਅਵਤਾਰ ਸਿੰਘ ਹਿੱਤ ਨਾਲ ਨਹੀਂ ਹੋਈ, ਕਿਉਂਕਿ ਇੱਕ ਅਫੈਂਡਡ ਕ੍ਰਿਮੀਨਲਸ ਦੀ ਤਰ੍ਹਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਹੱਥ ਕੰਡੇ ਕਾਨੂੰਨ ਨਾਲ ਕਿੱਦਾਂ ਖੇਡੀਦਾ, ਉਹ ਅੱਜ ਜਿਸ ਵਕਤ ਸਭ ਨੂੰ ਪਤਾ ਸੀ ਕਿ ਅੱਜ ਫੈਸਲਾ ਹੋਣਾ ਔਰ ਉੱਥੇ ਅੱਜ ਅਖੰਡ ਪਾਠ ਦੁਬਾਰਾ ਰਖਵਾ ਦਿੱਤਾ ਗਿਆ। ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੰਨਾ ਨਿਰਾਦਰ ਸ਼ਾਇਦ ਹੀ ਕੋਈ ਕਰ ਸਕਦਾ ਜੋ ਅਵਤਾਰ ਸਿੰਘ ਹਿੱਤ। ਮੈਨੂੰ ਇੱਕ ਕਹਾਵਤ ਯਾਦ ਆ ਗਈ ਕਿ ਜਦ ਕੋਈ ਬੰਦਾ ਝੁੱਕ ਕੇ ਕਿਸੇ ਹਿਰਨ ਦਾ ਸ਼ਿਕਾਰ ਕਰਨ ਜਾਂਦਾ ਤੇ ਇਹ ਨਾ ਸਮਝੋ ਕਿ ਉਹ ਹਿਰਨ ਨੂੰ ਡੰਡੋਤ ਕਰ ਰਿਹਾ, ਇਹਦਾ ਮਤਲਬ ਹੈ ਕਿ ਉੱਠ ਕੇ ਉਹਨੇ ਵਾਰ ਕਰਨਾ। ਇਹ ਫਿਰ ਗੁਰੂ ਗ੍ਰੰਥ ਸਾਹਿਬ ਦੀ ਆੜ 'ਤੇ ਜੋ ਕੰਮ ਕਰ ਰਹੇ ਨੇ ਫਿਰ ਕਿਧਰੇ ਨਾ ਕਿਧਰੇ ਸਿੱਖੀ ਨੂੰ ਘਾਣ ਲਾਣਗੇ ਔਰ ਇਹ ਮੈਨੂੰ ਪੂਰੀ ਉਮੀਦ ਹੈ ਕਿ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਔਰ ਅਜੇ ਇੱਥੇ ਨਹੀਂ ਆਏ, ਕਿਉਂਕਿ ਅੱਜ ਇਹਨਾਂ ਨੇ ਅਖੰਡ ਪਾਠ ਸਾਹਿਬ ਉੱਥੇ ਇੱਕ ਨਵਾਂ ਹੋਰ ਸ਼ੁਰੂ ਕਰਤਾ। ਸੋ ਅਸੀਂ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਤਦ ਤੱਕ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰਾਂਗੇ ਜਦ ਤੱਕ ਉੱਥੇ ਅਖੰਡ ਪਾਠ ਸਾਹਿਬ ਚੱਲ ਰਿਹਾ। ਦੁਬਾਰਾ DCP ਸਾਹਿਬ ਬੁਲਾਉਣਗੇ, ਲਾਅ ਅਬਾਈਡਡ ਸਿਟੀਜ਼ਨ ਆ, ਸਾਡੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਫਿਰ ਆ ਕੇ ਫਿਰ ਗੱਲ ਕਰਾਂਗੇ। ਜਾਂ ਜੇ ਨਹੀਂ ਕਰਨਗੇ ਅਗਲੀ ਮੀਟਿੰਗ ਵਿੱਚ ਅਸੀਂ DCP ਸਾਹਿਬ ਨੂੰ ਕਹਿ ਕੇ ਆਏ ਕਿ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੰਪਲੇਂਟ ਦਰਜ ਕੀਤੀ ਜਾਏ ਜਾਂ ਇਹਨਾਂ ਦੇ ਨਾਲ ਬੈਠ ਕੇ ਜਿਹੜੀ ਵੀ ਇਹ ਗੱਲ ਕਰਦੇ ਨੇ ਅਸੀਂ ਉਹਦਾ ਜਵਾਬ ਦੇ ਸਕੀਏ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਸ ਦਫ਼ਤਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ ਹੋਣ ਦੀ ਵਜ੍ਹਾ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਗੁਰਦੁਆਰਾ ਕਮੇਟੀ ਦੇ ਪ੍ਰਮਿਸਿਸ ਜਿਹੜਾ ਵੀ ਕੋਈ ਤਾਲੇ ਤੋੜੇਗਾ ਉਸ ਤੇ ਕਾਰਵਾਈ ਹੋਣੀ ਚਾਹੀਦੀ। ਸਰ GK ਸਾਹਿਬ ਤੇ ਸਰਨਾ ਸਾਹਿਬ ਬੱਬਰ ਨੇ ਬੋਲਿਆ ਹੈ ਕਿ ਸਰਕਾਰ ਦਾ ਦਬਾਅ ਹੈ, ਪੁਲਿਸ ਤੁਹਾਡੇ ਵੱਲ ਕਿਤੇ ਨਾ ਕਿਤੇ ਝੁਕੀ ਹੋਈ। ਦੇਖੋ ਉਹਨਾਂ ਨੇ ਹਰ ਵਕਤ ਇੱਕੋ ਗੱਲ ਕਰਨੀ ਹੈ। ਅੱਜ ਕੱਲ ਦੇਸ਼ ਦੁਨੀਆ ਨੇ ਦੇਖਿਆ ਕਿ ਜਿਸ ਤਰੀਕੇ ਦੇ ਨਾਲ
ਦੇਸ਼ ਦੀ ਸਰਕਾਰ ਨੇ ਸਾਡੇ ਨਾਲ ਮਿਲ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਲ ਕੰਮ ਕੀਤਾ ਹੈ ਤੇ ਇਹਨਾਂ ਨੇ ਇਸ ਗੱਲ ਨੂੰ ਉਸ ਪਾਸੇ ਵੀ ਲੈ ਕੇ ਜਾਣਾ ਕਿ ਅੱਜ ਪੁਲਿਸ ਵੀ ਸਾਡੀ ਹੋਊਗੀ। ਅਰੇ ਜੀਕੇ ਸਾਹਿਬ, ਤੁਸੀਂ ਤਾਂ ਰਾਤੋਂ ਰਾਤ ਮੀਟ ਤੇ ਪਰਚੇ ਦਰਜ ਕਰਾਏ ਪੁਲਿਸ ਦੀ ਸਪੋਰਟ ਲੈ ਕੇ ਇਲੈਕਸ਼ਨਾਂ ਦੇ ਵਿੱਚ। ਸਰਨਾ ਸਾਹਿਬ, ਤੁਸੀਂ ਲੋਕਾਂ ਦੇ ਰਿਟਰਨਿੰਗ ਆਫੀਸਰਸ ਚੇਂਜ ਕਰਾਤੇ, ਰਾਤੋਂ ਰਾਤ ਹੱਦਬੰਦੀਆਂ ਕਰਾਤੀਆਂ। ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਇਲਾਕਾ ਹੀ ਡੀਲਿਮਿਟੇਸ਼ਨ ਵਿੱਚ ਬਾਹਰ ਕਰਾਤਾ। ਸਰਕਾਰਾਂ ਤੁਹਾਡੇ ਕਹਿਣ 'ਤੇ ਚਲਦੀਆਂ ਰਹੀਆਂ। ਅਸੀਂ ਨਾ ਕਿਸੇ ਸਰਕਾਰ ਦੀ ਸਪੋਰਟ ਲਈ ਹੈ, ਨਾ ਅਸੀਂ ਕਿਸੇ ਸਪੋਰਟ ਵੱਲ ਜਾਣਾ ਹੈ। ਅਸੀਂ ਤੇ ਬਿਲਕੁਲ ਲੜਾਈ ਸੱਚ ਦੀ ਲੜ ਰਹੇ ਹਾਂ। ਔਰ ਕਿਆ ਇਹ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਦਾ ਹੱਕ ਨਹੀਂ ਹੈ ਕਿ ਉੱਥੇ ਕੋਈ ਤਾਲੇ ਤੋੜੇ ਤੇ ਅਸੀਂ ਉਹਦੀ ਕੰਪਲੇਂਟ ਵੀ ਨਾ ਕਰਾਈਏ? ਸੋ ਇਹਨਾਂ ਦੀਆਂ ਗੱਲਾਂ ਮੈਂ ਉਹਨਾਂ ਦੇ ਬਾਰੇ ਇੱਕੋ ਇਹੀ ਗੱਲ ਕਰ ਸਕਦਾ ਕਿ ਅੱਜ ਇੱਕ ਦੂਜੇ ਨੂੰ ਸੇਫ ਕਰਨ ਦੇ ਚੱਕਰ ਜੋ ਲੱਗੇ ਨੇ, ਇਸ ਗੱਲ ਦੇ ਉੱਤੇ ਬੜੀ ਮੈਨੂੰ ਹੱਸੀ ਆਉਂਦੀ ਹੈ ਕਿ ਕਿਸ ਪਾਸੇ ਵਾਲੇ ਤੁਰ ਪਏ ਨੇ ਸਾਰੇ। ਚਲੋ ਮਹਾਰਾਜ ਇਹਨਾਂ ਨੂੰ ਸਮਝ ਬਖਸ਼ੇ। ਇਸ ਮਾਮਲੇ ਦੇ ਵਿੱਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਹੜਾ ਸਾਰੇ ਜਿਹੜੇ ਗੁਰਦੁਆਰਾ ਕਮੇਟੀ ਦੇ ਜਿਹੜੇ ਕੰਪਲੈਕਸ ਦੇ ਵਿੱਚ ਜਿੰਨੇ ਵੀ ਦਫ਼ਤਰ ਨੇ, ਉਹਨਾਂ ਦੇ ਜਿਹੜੇ ਸਾਰੇ ਪ੍ਰਬੰਧਾਂ ਦੇ ਜਿਹੜੇ ਹੱਕ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨੇ। ਔਰ ਉਹਨਾਂ ਨੇ ਕਿਹਾ ਕਿ ਉਹ ਸਾਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਹਨੂੰ ਚਲਾਏਗੀ ਔਰ ਵਿਰੋਧੀ ਧਿਰਾਂ ਦੇ ਉੱਪਰ ਇਲਜ਼ਾਮ ਲਗਾਏ। ਪਰ ਸਵਾਲ ਇੱਥੇ ਇਹ ਆਇਆ ਕਿ ਜਦੋਂ ਵਿਰੋਧੀ ਧਿਰਾਂ ਵੀ ਜਿਹੜੀ ਹੈਗੀਆਂ ਇਸ ਦੇ ਵਿੱਚ ਬਚਾਅ ਦੇ ਵਿੱਚ ਪਹੁੰਚੀਆਂ, ਮਾਮਲਾ ਸੀਗਾ ਅਕਾਲੀ ਦਲ ਬਾਦਲ ਦਲ ਦਾ, ਹੋਰ ਉਸ ਤੋਂ ਇਲਾਵਾ ਜੇ ਮਾਮਲਾ ਜਿਹੜਾ ਸੀਗਾ ਹਰਮੀਤ ਸਿੰਘ ਕਾਲਕਾ ਹਰਾਂ ਦਾ। ਪਰ ਇਸ ਮਾਮਲੇ ਦੇ ਵਿੱਚ ਬਾਕੀ ਧਿਰਾਂ ਵੀ ਜਿਹੜਾ ਹੈਗਾ ਉਹਨਾਂ ਦਾ ਸਾਥ ਦੇਣ ਵਾਸਤੇ ਪਹੁੰਚੀਆਂ। ਹਰਵਿੰਦਰ ਸਿੰਘ ਸਰਨਾ ਜਿਹੜਾ ਹੈ ਉਹ ਜਿਹੜਾ ਹੈਗਾ ਆਪਣੀ ਪਾਰਟੀ ਦੇ ਨੁਮਾਇੰਦੇ ਵਜੋਂ ਜਿਹੜਾ ਉੱਥੇ ਪਹੁੰਚੇ ਔਰ ਉਹਨਾਂ ਨੇ ਉੱਥੇ ਪਹੁੰਚ ਕੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ। ਕੀ ਮਸਲਾ ਹੋਇਆ ਅੰਦਰ? ਦੇਖੋ, ਕੋਈ ਮਸਲਾ ਹੀ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ। ਬਾਕੀ ਅਸੀਂ ਕਿਹਾ ਜੀ ਵੀ ਇਹਨਾਂ ਨੇ ਕਾਲਕੇ ਹੋਰਾਂ ਨੇ ਇਹ ਪ੍ਰਧਾਨ ਜ਼ਰੂਰ ਬਣਿਆ, ਬਟ ਇਹ ਓਨਰ ਨਹੀਂ ਹੈਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਜਾਂ ਗੁਰਦੁਆਰਿਆਂ ਦਾ ਓਨਰ ਨਹੀਂ ਹੈਗਾ। ਇਹ ਸਿਰਫ ਕਸਟੋਡੀਅਨ ਹੈਗਾ ਤੇ ਦੇ ਸ਼ੁੱਡ ਨਾਟ ਐਕਟ ਐਜ਼ ਐ ਓਨਰ। ਮੇਰੀ ਭਾਵੇਂ ਪੋਲੀਟੀਕਲੀ ਇਖਤਲਾਫੀ ਹੈ ਬਾਦਲ ਦਲ ਨਾਲ, ਪਰ ਮੈਂ ਸੱਚ ਕਹਾਂਗਾ ਵੀ ਇਹ ਦਫ਼ਤਰ ਬਾਦਲ ਅਕਾਲੀ ਦਲ ਦਾ ਹੈ। ਇਹ ਦਫ਼ਤਰ ਜਿਹੜਾ ਇਤਨਾ ਪੁਰਾਣਾ ਹੈ ਵੀ ਮੈਂ 55 ਸਾਲ ਪਹਿਲੇ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੂੰ ਇਸੇ ਦਫ਼ਤਰ ਤਾਂ ਤੇ ਖੋਲੀ ਹੁੰਦੀ ਸੀ, ਛੋਟਾ ਜਿਹਾ ਕਮਰਾ ਹੁੰਦਾ ਸੀ, ਬਾਅਦ ਚੋਂ ਕੰਸਟਰਕਸ਼ਨ ਹੋਈ। ਇਹ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਮੈਂ 55 ਸਾਲ ਪਹਿਲੇ ਮੈਂ ਦੇਖਿਆ ਔਰ ਮੇਰੇ ਤੋਂ ਪਹਿਲੇ ਵੀ ਦਫ਼ਤਰ ਆਈ ਸੀ। ਇਹ ਪੁਰਾਣਾ ਦਫ਼ਤਰ ਹੈਗਾ। ਤੁਸੀਂ ਕੋਈ ਦਫ਼ਤਰ ਲੈਣਾ, ਗੁੰਡਾਗਰਦੀ ਨਾ ਕਰੋ, ਬਿਲਕੁਲ ਗੁੰਡਾਗਰਦੀ ਨਾ ਕਰੋ। ਤੁਸੀਂ ਅੱਗੇ ਬਥੇਰੀ ਗੁੰਡਾਗਰਦੀ ਕਰ ਲਈਏ, ਹੁਣ ਦਫ਼ਤਰਾਂ ਤੇ ਤੁਹਾਨੂੰ ਆਦਤਾਂ ਪਈਆਂ ਹੋਈਆਂ ਕਬਜ਼ੇ ਕਰਨ ਦੀਆਂ, ਹੁਣ ਕਬਜ਼ੇ ਨਾ ਕਰੋ। ਅਸੀਂ ਹੋਣ ਨਹੀਂ ਦੇਵਾਂਗੇ ਕਬਜ਼ਾ। ਡੀਸੀਪੀ ਸਾਹਿਬ ਨੇ ਸੁਣ ਲਿਆ, ਉਹਨਾਂ ਨੇ ਕਹਿਤਾ ਅਸੀਂ ਕਾਨੂੰਨ ਨੂੰ ਕਿਸੇ ਨੂੰ ਹੱਥ ਲੈਣ ਨਹੀਂ ਦੇਵਾਂਗੇ। ਹਰਵਿੰਦਰ ਸਿੰਘ ਸਰਨਾ ਕਹਿੰਦੇ ਕਿ ਇਹ ਬੜਾ ਪੁਰਾਣਾ ਦਫ਼ਤਰ ਹੈਗਾ, 55 ਸਾਲ ਤੋਂ ਜਿਹੜਾ ਹੈਗਾ ਅਕਾਲੀ ਦਲ ਦੇ ਅੰਡਰ ਜਿਹੜਾ ਹੈਗਾ ਚੱਲ ਰਿਹਾ ਹੈਗਾ। ਕਿਉਂਕਿ ਉਹ ਕਹਿੰਦੇ ਜੀ ਉਹ ਪਹਿਲੇ ਉਹਨਾਂ ਨੇ ਦੇਖਿਆ 55 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਅਕਾਲੀ ਦਲ ਹੀ ਉਹਨੂੰ ਉੱਥੇ ਆਪਣੀ ਸੇਵਾਵਾਂ ਕਰਦਾ ਪਿਆ ਹੈਗਾ। ਸੋ ਮਨਜੀਤ ਸਿੰਘ ਜੀਕੇ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਪਹੁੰਚੇ ਅਕਾਲੀ ਦਲ ਦੀ। ਹੋਰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਸਰਨਾ ਧੜਾ ਅਤੇ ਜੀਕੇ ਧੜਾ ਜਿਹੜਾ ਹੈਗਾ ਉਹ ਵੀ ਜਿਹੜਾ ਜੋ ਕਿ ਅਕਾਲੀ ਦਲ ਬਾਦਲ ਦੀ ਸਪੋਰਟ ਦੇ ਵਿੱਚ ਆ ਰਿਹਾ ਹੈਗਾ, ਜਿਹੜੇ ਕਿ ਹਮੇਸ਼ਾ ਆਪਣੇ ਬਿਆਨਾਂ ਦੇ ਵਿੱਚ ਉਹ ਕੋਈ ਨਾ ਕੋਈ ਬਿਆਨ ਉਹਦੇ ਵਿੱਚ ਜਾਰੀ ਕਰਦੇ ਰਹਿੰਦੇ ਸੀਗੇ। ਮਨਜੀਤ ਸਿੰਘ ਜੀਕੇ ਨੇ ਕੀ ਕਿਹਾ ਉੱਥੇ ਮੀਟਿੰਗ ਦੇ ਵਿੱਚ, ਕੀ ਗੱਲ ਹੋਈ ਉਹ ਤੁਹਾਨੂੰ ਸੁਣਾਉਂਦੇ। ਮੀਟਿੰਗ ਹੈਗੀ, ਅਗਲੀ ਮੀਟਿੰਗ ਵੀ ਹੈਗੀ ਹੈ, ਤੁਸੀਂ ਵੀ ਉਸ ਦੀ ਮੰਗ ਕਰ। ਗੱਲ ਇਹ ਹੈ ਜੀ ਕਿ ਸਿੱਧੀ ਤੇ ਸਪਸ਼ਟ ਇਹ ਦਫ਼ਤਰ ਜਿਹੜਾ ਅਕਾਲੀ ਦਲ ਦਾ ਹੈਗਾ ਸੀਗਾ ਉਹਦੇ ਤਾਲੇ ਤੋੜ ਕੇ ਖੁਦ ਅੰਦਰ ਵੜੇ ਨੇ ਔਰ ਉਹਦੇ ਬਾਅਦ ਹਿੱਤ ਸਾਹਿਬ ਨੇ ਜੇ ਦਫ਼ਤਰ ਦਾ ਵਾਪਸ ਕਬਜ਼ਾ ਇਹਨਾਂ ਕੋਲੋਂ ਛੁਡਾਇਆ। ਲੇਕਿਨ ਮੈਨੂੰ ਜੋ ਪੁਲਿਸ ਦਾ ਪ੍ਰਸ਼ਾਸਨ ਨਜ਼ਰ ਆ ਰਿਹਾ ਉਹ ਸਰਕਾਰੀ ਅਕਾਲੀ ਦਲ ਦੇ ਮਗਰ ਨਜ਼ਰ ਆ ਰਿਹਾ ਹੈ। ਔਰ ਸਿੱਧੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਅੱਜ ਤੱਕ ਬਣੀ ਨਹੀਂ ਉਸ ਪਾਰਟੀ ਨੂੰ ਦਫ਼ਤਰ, ਜਿਹੜੀ ਪਾਰਟੀ ਨੇ ਇਲੈਕਸ਼ਨ ਨਹੀਂ ਲੜੀ ਉਹ ਦਫ਼ਤਰ ਕਿੱਦਾਂ ਲੈ ਸਕਦੇ ਨੇ? ਮੈਂ ਤੇ ਇਲੈਕਸ਼ਨ ਲੜੀ ਹੈ, ਮੇਰੀ ਰਜਿਸਟਰਡ ਪਾਰਟੀ ਹੈ, ਮੇਰੇ ਮੈਂਬਰ ਨੇ, ਪਹਿਲੇ ਮੈਨੂੰ ਦਫ਼ਤਰ ਦਿਓ ਜਾਂ ਸਾਰਿਆਂ ਦੇ ਦਫ਼ਤਰ ਚੁੱਕ ਕੇ ਜਾਣ। ਮੈਂ ਕਿਹਾ ਕਿ ਇੱਥੇ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਦਾ ਦਫ਼ਤਰ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਨੇ ਤੇ ਫਿਰ ਮੈਨੂੰ ਵੀ ਮਿਲਣਾ ਚਾਹੀਦਾ। ਔਰ ਜਿਹੜੀ ਨਵੀਂ ਪਾਰਟੀ ਬਣਾਈ ਹੈ ਮਾਲਕ ਨੇ ਗੁਰਦੁਆਰਾ ਕਮੇਟੀ ਦੇ ਆਪਣਾ ਦਫ਼ਤਰ ਨਵਾਂ ਬਣਾ ਲੈਣ, ਪਰ ਇਹ ਹਿਸਟੋਰੀਕਲ ਦਫ਼ਤਰ ਹੈ। ਮਾਸਟਰ ਤਾਰਾ ਸਿੰਘ ਇੱਥੇ ਰਹਿੰਦੇ ਰਹੇ ਨੇ, ਇੱਥੇ ਇਹਨਾਂ ਦੀ ਰਜਿਸਟ੍ਰੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਵੀ ਹੈ ਵੇ ਅਕਾਲੀ ਦਲ ਦੀ, ਔਰ ਇਹਨਾਂ ਦੀ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ 'ਚ ਵੀ ਇਸੇ ਐਡਰੈਸ ਦੇ ਉੱਤੇ ਅਕਾਲੀ ਦਲ ਬਾਦਲ ਦੀ ਰਜਿਸਟ੍ਰੇਸ਼ਨ ਹੈ। ਡੀਸੀਪੀ ਸਾਹਿਬ ਹਲੇ ਆਪ ਕਨਫਿਊਜ਼ ਨੇ। ਉਹਨਾਂ ਨੇ ਕਿ ਮਨਜੀਤ ਸਿੰਘ ਜੀਕੇ ਕਹਿੰਦੇ ਕਿ ਜੇ ਬਾਕੀ ਪਾਰਟੀਆਂ ਨੂੰ ਦਫ਼ਤਰ ਮਿਲੇ ਆ, ਹਜੇ ਅਕਾਲੀ ਦਲ ਦਿੱਲੀ ਸਟੇਟ ਨੇਤਾ ਇਲੈਕਸ਼ਨ ਵੀ ਨਹੀਂ ਲੜੇ ਔਰ ਉਹਨਾਂ ਨੂੰ ਦਫ਼ਤਰ ਕਿੱਦਾਂ ਮਿਲ ਸਕਦਾ ਹੈ? ਉਹਨਾਂ ਨੇ ਕਿਹਾ ਕਿ ਇਸ ਹਿਸਾਬ ਨਾਲ ਤਾਂ ਮੈਨੂੰ ਵੀ ਦਫ਼ਤਰ ਮਿਲਣਾ ਚਾਹੀਦਾ। ਮੇਰੀ ਪਾਰਟੀ ਨੇ ਇਲੈਕਸ਼ਨ ਲੜੇ ਔਰ ਮੈਂ 3 ਸੀਟਾਂ ਜਿੱਤ ਕੇ ਵੀ ਆਇਆ, 3 ਸੀਟਾਂ ਉਹਨਾਂ ਦੇ ਕੋਲ ਨੇ। ਸੋ ਉਹਨਾਂ ਨੇ ਤੁਹਾਨੂੰ ਦੱਸ ਦਈਏ ਕਿ 4 ਦਿਨ ਪਹਿਲੇ ਇੱਕ ਡਿਮਾਂਡ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਫ਼ਤਰ ਮੰਗਣ ਦੀ ਕੀਤੀ ਹੈਗੀ ਔਰ ਉਹਨਾਂ ਨੇ ਕਈ ਆਧਾਰ ਉਹਦੇ ਵਿੱਚ ਦਿੱਤੇ ਹੈ ਕਿ ਇਹਨਾਂ ਆਧਾਰਾਂ ਦੇ ਉੱਪਰ ਜਿਹੜਾ ਹੈਗਾ ਸਾਨੂੰ ਦਫ਼ਤਰ ਦਿੱਤਾ ਜਾਣਾ ਚਾਹੀਦਾ।
ਔਰ ਉਹਨਾਂ ਨੇ ਕਿਹਾ ਕਿ ਕਿਉਂਕਿ ਅਸੀਂ 15% ਸਾਨੂੰ ਵੋਟ ਸ਼ੇਅਰ ਮਿਲੇ ਆ, ਸਾਡੀ ਪਾਰਟੀ ਜਿਹੜੀ ਹੈਗੀ ਜਿੱਤ ਕੇ 3 ਮੈਂਬਰ ਉਹਨਾਂ ਨੇ ਲਏ ਹੈਗੇ ਆ ਔਰ 15% ਤੋਂ ਵੱਧ ਜੋ ਉਹਨਾਂ ਦਾ ਵੋਟ ਸ਼ੇਅਰ ਹੈਗਾ, ਸੋ ਸਾਨੂੰ ਦਫ਼ਤਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਕੌਮੀ ਕੰਮ ਕਰਨਾ ਚਾਹੁੰਦੇ ਆ। ਮਨਜੀਤ ਸਿੰਘ ਜੀਕੇ ਵੀ ਆਪਣੀ ਡਿਮਾਂਡ ਲੈ ਕੇ ਆਇਆ। ਪਰਮਜੀਤ ਸਿੰਘ ਰਾਣਾ ਵੀ ਉਹਨਾਂ ਦੇ ਨਾਲ ਅਲਾਈਅੰਸ ਪਾਰਟੀ ਦੇ ਨਾਲ ਜੁੜੇ ਨੇ, ਮੌਜੂਦਾ ਮੈਂਬਰ ਨੇ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ, ਉਹ ਵੀ ਉੱਥੇ ਪਹੁੰਚੇ ਨੇ। ਉਹਨਾਂ ਦਾ ਕੀ ਕਹਿਣਾ? ਰਾਣਾ ਜੀ ਕੀ ਪੱਕ ਰੱਖਿਆ ਗਿਆ? ਮੈਂ ਆਪਣੇ ਵੱਲੋਂ ਅੰਦਰ ਪੱਕ ਰੱਖਿਆ ਕਿ ਜਿਹੜਾ ਦਫ਼ਤਰ ਇਹਨਾਂ ਨੇ ਰਾਤੋਂ ਰਾਤ ਖਾਲੀ ਕਰਾ ਕੇ ਆਪਣਾ ਨਾਂ ਔਰ ਲੇਬਲ ਲਗਾਇਆ, ਇਹ 30 ਮੈਂਬਰ ਜਿੱਤੇ ਸਨ ਜਿਹੜੇ ਇਹ ਦਾਵਾ ਕਰਦੇ, 30 ਵਿੱਚੋਂ 3 ਮੈਂਬਰ ਬੈਲੈਂਸ ਰਹਿ ਗਏ ਤੇ ਜਿਹੜੇ ਬੈਲੈਂਸ ਰਹਿ ਗਏ ਉਹਨਾਂ ਨੂੰ ਬਾਹਰ ਥੋੜਾ ਕੱਢ ਸਕਦੇ ਨੇ, ਪਹਿਲੀ ਗੱਲ। ਦੂਜੀ ਗੱਲ, ਨੋਟਿਸ ਸਰਵ ਕੀਤਾ ਇਹਨਾਂ ਨੇ ਕੋਈ ਉਹਨਾਂ ਨੂੰ ਖਾਲੀ ਕਰਨ ਦਾ? ਜੇ ਨੋਟਿਸ ਸਰਵ ਨਹੀਂ ਕੀਤਾ ਤਾਂ ਕਿਸੇ ਕੋ ਇਦਾਂ ਥੋੜਾ ਧੱਕੇ ਨਾਲ ਤੁਸੀਂ ਕਬਜ਼ਾ ਕਰ ਲੋਗੇ। ਪਹਿਲੇ ਤਾਲੇ ਤੁਸੀਂ ਤੋੜੇ ਨੇ, ਪਹਿਲੇ ਤੁਸੀਂ ਕਬਜ਼ਾ ਲਿੱਤਾ, ਪਹਿਲੇ ਤੁਸੀਂ ਉਹਨਾਂ ਦੀ ਫੋਟੋਆਂ ਚੁੱਕ ਕੇ ਬਾਹਰ ਸੁੱਟੀਆਂ ਨੇ। ਔਰ ਇਹ ਧਾਰਮਿਕ ਮਸਲਾ ਹੈ, ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ, ਇਹ ਦੁਨਿਆਵੀ ਕੋਟਾਂ ਵਿੱਚ ਨਹੀਂ ਜਾਣਾ ਚਾਹੀਦਾ। ਔਰ ਦੂਜੀ ਗੱਲ, ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਆਰਟੀਆਈ ਲਗਾ ਕੇ ਤੁਸੀਂ ਜਵਾਬ ਲੈ ਲਓ ਕਿ ਇਹ ਗਵਰਨਮੈਂਟ ਦੇ ਜਿਹੜੇ ਮਹਿਕਮੇ ਨੇ ਜਾਂ ਜਿੱਥੇ ਇਲੈਕਸ਼ਨਾਂ ਲੜੀਆਂ ਨੇ ਉਹਦੇ ਵਿੱਚ ਇਹ ਐਡਰੈਸ ਕਿਹਦੇ ਨਾਂ ਤੇ ਸਟੈਂਡ ਕਰਦਾ, ਉਹ ਸਾਰੀ ਗੱਲ ਕਲੀਅਰ ਹੋ ਜਾਏਗੀ। ਡੀਸੀਪੀ ਮੈਡਮ ਨੇ ਬਹੁਤ ਧਿਆਨ ਨਾਲ ਸਾਡੀ ਗੱਲ ਸੁਣੀ ਹੈ, ਨੋਟ ਕੀਤੀ ਹੈ, ਅਗਲੀ ਮੀਟਿੰਗ ਵਾਸਤੇ ਬੁਲਾਇਆ, ਜਲਦੀ ਆਵਾਂਗੇ। ਸੋ ਪਹਿਲੀ ਵਾਰੀ ਦੇਖਿਆ ਕਿ ਕੋਈ ਬਾਕੀ ਦੀ ਧਾਰਮਿਕ ਪਾਰਟੀਆਂ, ਜਿਹੜੀ ਬਾਕੀ ਦੀ ਓਪੋਜੀਸ਼ਨ ਪਾਰਟੀਆਂ ਜਿਹੜੇ ਨੇ ਉਹ ਸਪੋਰਟ ਕਰਦੀਆਂ ਨਜ਼ਰ ਆਈਆਂ ਔਰ ਇਸ ਤਰੀਕੇ ਖੁੱਲ੍ਹ ਕੇ ਸਪੋਰਟ ਕਰਕੇ ਸਮਾਂ ਵੀ ਦਿੰਦੀ ਨਜ਼ਰ ਆਈਆਂ। ਔਰ ਪਰਮਜੀਤ ਸਿੰਘ ਰਾਣਾ ਨੇ ਵੀ ਕਿਹਾ ਕਿ ਇਹ ਜਿਹੜਾ ਹੈਗਾ ਬਾਦਲ ਦਲ ਦਾ ਦਫ਼ਤਰ ਹੈ, ਕਿਉਂਕਿ ਇੱਕ ਟਾਈਮ ਤੇ ਉਹ ਵੀ ਅਕਾਲੀ ਦਲ ਬਾਦਲ ਦਲ ਨਾਲ ਹੀ ਜੁੜੇ ਹੋਏ ਸਨ ਔਰ ਉਹ ਵੀ ਇਸ ਪਾਰਟੀ ਦੇ ਵਿੱਚ ਐਸੇ ਦਫ਼ਤਰ ਦੇ ਵਿੱਚ ਕਾਰਗੁਜ਼ਾਰੀਆਂ ਕਰਦੇ ਸਨ। ਕੇਂਦਰੀ ਸਿੰਘ ਸਭਾ ਦੇ ਮੈਂਬਰ ਤਰਵਿੰਦਰ ਸਿੰਘ ਮਾਰਵਾ ਦਾ ਕੀ ਕਹਿਣਾ, ਉਹ ਵੀ ਪੁੱਛੇ, ਕਿਉਂਕਿ ਉਹ ਵੀ ਤਕਰੀਬਨ ਇੱਕ ਐਸੀ ਭੂਮਿਕਾ ਨਿਭਾਉਂਦੇ ਆ ਕਿ ਕਦੀ ਉਹ ਜਿਹੜਾ ਹੈਗਾ ਕਦੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਨਾਲ ਵੀ ਹੁੰਦੇ ਨੇ, ਕਦੀ ਖਿਲਾਫ ਉਹਨਾਂ ਦੇ ਇਲਜ਼ਾਮ ਵੀ ਲਗਾਉਂਦੇ ਨਜ਼ਰ ਆਉਂਦੇ ਨੇ, ਪਰ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ। ਰੱਖੀ ਹੈ ਜਿਹੜਾ ਆਪਸ ਵਿੱਚ ਸਮਝੌਤਾ ਹੋ ਜਾਏ ਪੁਲਿਸ ਨੇ ਕਿ ਜਿਹੜੀ ਉੱਥੇ ਸ਼ਾਂਤੀ ਬਣੀ ਰਹੇ, ਜਿਹਦਾ ਦਫ਼ਤਰ ਹੈ, ਦਫ਼ਤਰ ਦਾ ਕੋਈ ਝਗੜਾ ਹੈ, ਆਪਸ ਵਿੱਚ ਬੈਠ ਕੇ ਨਿਪਟਾ ਦੇ। ਇਸ ਕਰਕੇ ਡੀਸੀਪੀ ਨੇ ਮੀਟਿੰਗ ਰੱਖੀ ਸੀ। ਕੀ ਲੱਗਦਾ ਕੀ ਨਿਕਲੇਗਾ ਇਸ? ਮੈਨੂੰ ਤਾਂ ਲੱਗਦਾ ਕੋਈ ਰਿਜ਼ਲਟ ਨਿਕਲ ਜਾਏਗਾ, ਇਹਦੇ ਬਾਰੇ ਜਲਦੀ ਨਿਕਲ ਜਾਏਗਾ, ਕੱਲ ਹੋਰ ਮੀਟਿੰਗ ਨਿਕਲ ਜਾਏਗੀ। ਸੋ ਕਿਹਾ ਗਿਆ ਕਿ ਕੱਲ ਇੱਕ ਹੋਰ ਮੀਟਿੰਗ ਹੀ ਤਰਵਿੰਦਰ ਸਿੰਘ ਮਾਰਵਾ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਲਝਾ ਲਿੱਤਾ ਜਾਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਇਹ ਦਫ਼ਤਰ ਕਿਹਦਾ ਹੋਣਾ ਚਾਹੀਦਾ, ਕਿ ਕੌਣ ਇਹਦਾ ਹੱਕਦਾਰ ਹੈ? ਆਪਣੇ ਕਮੈਂਟਸ ਦੇ ਵਿੱਚ ਜਵਾਬ ਦੇ ਸਕਦੇ ਹੋ। ਹੋਰ ਅਪਡੇਟ ਨਾਲ ਖਬਰਾਂ ਨਾਲ ਤੁਹਾਨੂੰ ਜੋੜਦੇ ਰਹਾਂਗੇ। ਵੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।